ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਤਿ ਸ੍ਰੀ ਅਕਾਲ जी शुक्रिया जी सारिਆਂ ਨੂੰ ਸਤਿ ਸ੍ਰੀ ਅਕਾਲ जी। ਕੀ ਹਾਲ ਚਾਲ? ਠੀਕ ਠਾਕ ਹੋ? हाँ जी हाँ जी। ਚਰਚਾਵਾਂ ਕਰਕੇ ਆਏ ਨੇ। ਚਰਚਾ ਹੋ ਰਹੀ ਹੈ ਕੈਪਟਨ ਦੇ ਨਾਲ ਮੋਦੀ ਸਾਹਿਬ ਦੀ ਮੁਲਾਕਾਤ। ਕੀ ਕਹਿਣਾ ਚਾਹੋ? ਚਰਚਾਵਾਂ ਜੋਰਾਂ ਸ਼ੋਰਾਂ ਤੇ ਨੇ। हाँ जी हाँ जी। चर्चा गली गली हाँ। गीत बिंद रखिए ਦਾ ਗਾਣਾ ਹੀ ਨਾ ਜੀ ਜੀ ਚਰਚਾ ਗਲੀ ਗਲੀ। ਤੇ ਜਦੋਂ ਇਸ ਤਰ੍ਹਾਂ ਵੀ ਚਲੋ ਕੋਈ ਮੁਲਾਕਾਤ ਹੁੰਦੀ ਆ, ਚਾਹੇ ਮਮਤਾ ਬੈਨਰਜੀ ਆਉਂਦੀ ਹੈ, ਦੇਖ ਲਓ ਕਿ ਆਪਣਾ ਕੋਈ ਸरोकार ਨਹੀਂ ਹੈ ਬੰਗਾਲ ਦੇ ਨਾਲ, ਤਦ ਵੀ ਚਰਚਾ ਹੁੰਦੀ ਹੈ ਕਿ ਮਮਤਾ ਬੈਨਰਜੀ ਦੀ ਮੁਲਾਕਾਤ PM ਦੇ ਨਾਲ ਹੈ। ਤਾਂ ਦੇਖੋ ਇਹ ਤਾਂ ਹੈ ਕਿ ਜਿਹੜੇ ਰਾਜਾਂ ਦੇ CM ਆ PM ਨੂੰ ਮਿਲ ਸਕਦੇ, ਉਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਗੱਲ ਵੱਡੀ ਇਹ ਹੁੰਦੀ ਹੈ ਕਿ PM ਦੀ ਜਿਹੜੀ ਮੁਲਾਕਾਤ ਆ ਉਹਦੇ 'ਚ CM ਦੀ ਮੰਗ ਕੀ ਹੈ, ਹਾਂ, ਉਹਦਾ ਏਜੰਡਾ ਕੀ ਹੈ ਮੁਲਾਕਾਤ ਦਾ। ਤਾਂ ਖੈਰ ਦੇਖੋ ਗੱਲ ਇਹ ਆ ਕਿ ਬੜੀ ਮੈਂ ਕਹੂੰਗਾ ਨਾ ਕਿ ਚਰਚਾ ਇਹ ਤੇ ਚੱਲ ਰਹੀ ਹੈ ਕਿ ਮੁਲਾਕਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਯਾਰ ਕਿਸਾਨੀ ਦਾ ਨਵੇੜੀ ਇਹ ਨਹੀਂ ਕਿ ਕੰਮ ਜਿਹੜੇ ਦੇਸ਼ ਵਿਰੋਧੀ ਤਾਕਤਾਂ ਦੇ ਹੱਥ ਲੱਗ ਜਾਣਗੇ ਕਿ ਉਹ ਦੇਸ਼ ਦੀ ਸੁਰੱਖਿਆ ਲਈ ਖਤਰਾ ਸਾਬਤ ਹੋ ਸਕਦੇ ਆ। ਮਤਲਬ ਕਿ ਇਹ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਨੂੰ ਇੰਟਰਨਲ ਸਿਕਿਉਰਿਟੀ ਨਾਲ ਜੋੜ ਕੇ ਚੱਲਦੇ ਆ ਕੈਪਟਨ ਸਾਹਿਬ ਜੀ ਬਿਲਕੁਲ। ਹਾਂਜੀ, ਕਿਉਂ ਆ ਇਹਦਾ ਮੈਨੂੰ ਤੇ ਕੋਈ ਸੁਰ ਨਹੀਂ ਲੱਗਦਾ ਕਿ ਕੋਈ ਇੰਨਾ ਕਿਸਾਨ ਬੇਵਕੂਫ ਆ ਕਿ ਕਿਸੇ ਦੇ ਕਹੇ ਤੇ ਕੋਈ ਤੋਪ ਚੁੱਕ ਕੇ ਤੇ ਉਹ ਚੜ ਜਾਊਗਾ ਸਦਨ ਨੂੰ ਕਿ ਹਾਂ ਭਾਈ ਅਸੀਂ ਤੇ ਗੋਲਾ ਸੁੱਟਾਂਗੇ। ਐਸਾ ਹੁਣ ਤੱਕ ਨਹੀਂ ਹੋਇਆ। ਖੈਰ ਚਲੋ ਇਹਨਾਂ ਦੀ ਰਾਜਨੀਤੀ ਕਰਨ ਦਾ ਰੰਗ ਢੰਗ ਤੁਹਾਨੂੰ ਪਤਾ ਹੀ ਹੈ ਕਿ ਇਹ ਵੀ ਪੋਲਰਾਈਜੇਸ਼ਨ ਹੀ ਕਰਦੇ ਨੇ। ਅਮਰਿੰਦਰ ਸਿੰਘ ਦੀ ਜਿਹੜੀ ਰਾਸ਼ਟਰਵਾਦੀ ਰਾਜਨੀਤੀ ਹੈ ਨਾ, ਜੇ ਤੁਸੀਂ ਉਹਦਾ ਖਾਤਾ ਸਮਝੋਗੇ ਇਹ ਵੀ ਪੋਲਰਾਈਜੇਸ਼ਨ। ਬਿਲਕੁਲ 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 ਇਹ ਆਪਾਂ ਨੂੰ ਵੀ ਪਤਾ ਹੈ। ਖੈਰ ਉਹਦੇ 'ਚ ਹੁਣ ਨਾਲੇ ਤਾਂ ਕਿਸਾਨਾਂ ਦੀ ਸਹਿਮਤੀ ਵੀ ਰੱਖਣਾ ਚਾਹੁੰਦੇ ਆ ਕਿ ਦੇਖੋ ਜੀ ਇਹਨਾਂ ਦਾ ਨਵੇੜ ਹੋਏ, ਤੇ ਨਾਲ ਉਹਨੂੰ ਇੱਕ ਡਰਨਾ ਵੀ ਜੋੜਦਾ। ਉਹ ਡਰਾ ਕੇ ਨੂੰ ਰਹੇ ਆ, ਸਭ ਨੂੰ ਪਤਾ ਹੈ, ਪਰ ਉਹ ਡਰਨ ਵਾਲੇ ਨਹੀਂ ਹੈ। ਸਾਡੇ ਭਰਾ ਨੇ ਕਹਿੰਦੇ ਨੇ, ਸਭ ਉਹਨਾਂ ਨੂੰ ਪਤਾ ਹੈ। ਦੂਜੀ ਚੀਜ਼ ਜਿਹੜੀ ਹੈ ਕਿ ਦੇਖੋ ਇਸ ਮਾਮਲੇ ਦੇ ਵਿੱਚ ਜਿਹੜੀਆਂ ਗੱਲਾਂ ਆਈਆਂ ਨੇ ਕਿ ਉਹਨਾਂ ਨੇ ਆਹ ਡਿਮਾਂਡ ਰੱਖੀ, ਉਹਨਾਂ ਨੇ ਆਹ ਡਿਮਾਂਡ ਰੱਖੀ ਆ, ਉਹ ਠੀਕ ਆ ਕਿ ਇੱਕ ਸਟੇਟ ਦੇ CM ਨੂੰ ਰੱਖਣੀਆਂ ਵੀ ਚਾਹੀਦੀਆਂ ਡਿਮਾਂਡਾਂ, ਜੋ ਵੀ ਤੁਹਾਡੀਆਂ ਇਹ ਪੂਰੀਆਂ ਠੋਕ ਕੇ ਰੱਖਣੀਆਂ ਚਾਹੀਦੀਆਂ, ਕਿਉਂਕਿ ਉਹ ਸਾਡੇ ਤੋਂ ਟੈਕਸ ਲੈਂਦੇ ਨੇ। ਬਿਲਕੁਲ ਉਹਨਾਂ ਦਾ ਕੰਮ ਸਿਰਫ ਮੈਨੇਜਮੈਂਟ ਦਾ ਹੀ ਆ, ਠੀਕ ਹੈ ਨਾ, ਉਹਨਾਂ ਨੇ ਮੈਨੇਜਮੈਂਟ ਕਰਨਾ ਹੈ, ਆਪਦਾ ਸਾਰਾ ਦੇਖਣਾ, ਪਰ ਅਸੀਂ ਰਾਜਾਂ ਨੇ ਕਮਾ ਕੇ ਦੇਣਾ ਨਾ ਉਹਨਾਂ ਨੂੰ। ਜਿੱਥੇ ਸਾਡਾ ਹੱਕ ਬਣਦਾ ਠੋਕ ਕੇ ਤੁਸੀਂ ਆਪਣਾ ਹੱਕ ਲੈ ਲਓ, ਕੋਈ ਚੱਕਰ ਨਹੀਂ ਹੈਗਾ। ਪਰ ਇੱਕ ਚੀਜ਼ ਇੰਟਰਸਟਿੰਗ ਹੈ ਚਾਵਲਾ ਸਾਹਿਬ, ਜਿਹੜੀ ਅੰਦਰ ਦੀ ਖੇਡ ਚੱਲ ਰਹੀ ਹੈ, ਇਹ ਤਾਂ ਬਾਹਰੀ ਹੈ ਨਾ ਕਿ ਮੁਲਾਕਾਤ ਹੋ ਰਹੀ, ਪ੍ਰੋਟੋਕੋਲ ਆ, ਹਾਂ ਭਾਈ ਮਿਲ ਸਕਦੇ ਆ, ਅਧਿਕਾਰ ਖੇਤਰ 'ਚ ਹੈ PM ਦੇ ਜਾਂ PM ਦੇ, ਕੋਈ ਸਾਨੂੰ ਪ੍ਰੋਬਲਮ ਵੀ ਨਹੀਂ ਹੈ। ਕਿਉਂਕਿ ਹੁਣ ਵੇਖੋ ਗੱਲ ਕੀ ਆ, ਇੱਕ ਸਮੱਸਿਆ ਆਣੀ ਆ ਝੋਨਾ ਚੁੱਕਣ ਦੀ, ਸਰਕਾਰ ਕਿਹਦੀ ਹੈ? ਅਮਰਿੰਦਰ ਸਿੰਘ ਦੀ। ਫਸਣਾ ਕਹਿੰਦੇ ਆ ਅਮਰਿੰਦਰ ਸਿੰਘ। ਉੱਤੋਂ ਨਾਲ ਦੀ ਨਾਲ ਵੱਡੀ ਸਮੱਸਿਆ ਆਣੀ ਆ ਪਰਾਲੀ ਦੀ, ਕਿਉਂਕਿ ਪਰਾਲੀ ਵਾਲਾ ਤੇ ਕਾਨੂੰਨ ਵੀ ਪਾਸ ਕਿੰਨੇ ਫਸਣਾ? ਅਮਰਿੰਦਰ ਸਿੰਘ। ਤੇ ਦੂਜੇ ਪਾਸੇ ਕੀ ਹੋ ਰਿਹਾ ਹੈ, ਸ਼ਾਇਦ ਤੁਸੀਂ ਇੱਕ ਖਬਰ ਸੁਣੀ ਹੋਣੀ ਹੈ ਜਾਂ ਕੀਤੀ ਵੀ ਹੋਣੀ ਹੈ ਕਿ OBC ਆਗੂਆਂ ਦੇ ਨਾਲ ਸਿੱਧੂ ਇੱਕ ਬੈਠਕ ਕਰਦਾ ਹੈ। ਉਸ ਤੋਂ ਬਾਅਦ ਇੱਕ ਬੈਠਕ ਇੱਕ ਮੰਤਰੀ ਦੇ ਘਰ ਹੁੰਦੀ ਹੈ, ਉਹਦੇ ਵਿੱਚ ਇਸ ਗੱਲ ਤੇ ਗੌਰ ਕੀਤਾ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਕੋਲ ਹੁਣ ਚਲੇ ਹੀ ਗਿਆ ਤੇ ਆਪਾਂ ਵੀ ਤਖਤਾ ਪਲਟ ਕਰ ਦਈਏ। ਮਤਲਬ ਕਿ ਇਹ ਮੰਗ ਉੱਠਣੀ ਚਾਹੀਦੀ ਹੈ ਕਿ ਮੁੱਖ ਮੰਤਰੀ ਬਦਲਿਆ ਜਾਵੇ। ਪਰ ਇਹਦੇ ਵਾਸਤੇ ਕੀ ਹੈ ਕਿ ਪਹਿਲਾਂ ਵਿਧਾਇਕ ਦਲ ਦੀ ਮੀਟਿੰਗ ਬੁਲਾਓ। ਮਤਲਬ ਕਿ ਇੱਕ ਜਿੱਦਾਂ ਸ਼ਕਤੀ ਪ੍ਰਦਰਸ਼ਨ ਕਹਿ ਲਓ ਕਿ ਇੱਕ ਸਮਰਥਨ ਉੱਤੇ ਜਤਾਓ ਕਿ ਹਾਂ ਭਾਈ ਸਾਡੇ ਕੋਲ ਇੰਨਾ ਸਮਰਥਨ ਹੈ, ਤਾਂ ਉਹਦੇ ਵਾਸਤੇ ਪ੍ਰਧਾਨ ਮੀਟਿੰਗ ਤਾਂ ਸੱਦ ਸਕਦਾ ਵਿਧਾਇਕਾਂ ਦੀ, ਪਰ ਮੁੱਖ ਮੰਤਰੀ ਨੂੰ ਬਦਲਣ ਵਾਸਤੇ ਨਹੀਂ। ਤਾਂ ਹੁਣ ਕਹਿੰਦੇ ਆ ਕਿ ਮਿਸ਼ਨ 2022 ਮਿਸ਼ਨ 2022 ਵਾਸਤੇ ਇੱਕ ਮੀਟਿੰਗ ਬਹੁਤ ਜਲਦੀ ਸਿੱਧੂ ਸੱਦ ਰਿਹਾ। ਸਲਾਹਕਾਰ ਨਿਯੁਕਤ ਕੀਤੇ ਜਾ ਰਹੇ। ਕਿਹੜੇ ਨਿਯੁਕਤ ਕੀਤੇ ਜਾ ਰਹੇ ਆ ਸਲਾਹਕਾਰ? ਜਿਹੜੇ ਕੁਛ ਚਿਹਰੇ ਐਸੇ ਆ, ਜਿਵੇਂ ਹੁਣ ਉਹਦੇ 'ਚੋਂ ਮੁਹੰਮਦ ਮੁਸਤਫਾ, ਜਿਹੜਾ ਕਿ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਰਾਜ਼ ਆ ਕਿਉਂਕਿ ਉਹਨੂੰ ਸੀਨੀਅਰ ਹੋਣ ਦੇ ਬਾਵਜੂਦ DGP ਦੀ ਕੁਰਸੀ ਤੇ ਨਹੀਂ ਸੀ ਬਿਠਾ ਲਿਆ ਗਿਆ।
ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਪਾਸੇ ਚੱਲ ਰਹੀਆਂ ਸੀ ਪੰਜਾਬ ਦੇ ਵਿੱਚ, ਦੂਸਰੇ ਪਾਸੇ ਮੁਲਾਕਾਤ ਚੱਲ ਰਹੀ ਤੇ ਮੁਲਾਕਾਤ ਜਿਵੇਂ ਮੈਂ ਕਿਹਾ ਕਿ ਉਹ ਕੁਝ ਅਗਾਊ ਚਿੰਤਾਵਾਂ ਵਾਸਤੇ ਵੀ ਹੋ ਸਕਦੀ ਆ ਕਿ ਭਾਈ ਮੇਰਾ ਹੱਲ ਕਰੋ, ਕਿਉਂਕਿ ਆਪਣੀ ਥੋੜੀ ਹੈ ਮਿੱਤਰਤਾ ਤੇ ਇਹਨਾਂ ਦੀ ਹੈ, ਆਪਾਂ ਕਹਿੰਦੇ ਹੀ ਆ ਕਿ ਇਹਨਾਂ ਦੀ ਬਣਦੀ ਆ। ਔਰ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਔਨ ਰਿਕਾਰਡ ਆਖੀ ਸੀ, ਉਹਨੇ ਆਖਿਆ ਕਿ ਸੋਨੀਆ ਗਾਂਧੀ ਦਾ ਜਿਸ ਦਿਨ ਬਰਥਡੇ ਹੁੰਦਾ ਅਮਰਿੰਦਰ ਸਿੰਘ ਕੱਲਾ ਫੋਨ ਕਰਕੇ ਵਧਾਈ ਦਿੰਦਾ ਹੈ, ਤੇ ਜਿਸ ਦਿਨ ਅਮਿਤ ਸ਼ਾਹ ਦਾ ਬਰਥਡੇ ਹੁੰਦਾ ਨਾ ਤੇ ਸਾਡਾ ਮੁੱਖ ਮੰਤਰੀ ਗੁਲਦਸਤਾ ਲੈ ਕੇ, ਮਹਿਕ ਦਾ ਗੁਲਦਸਤਾ ਲੈ ਕੇ ਤੇ ਅਮਿਤ ਸ਼ਾਹ ਕੋਲ ਆਪ ਜਾਂਦਾ। ਕਿਉਂ ਭਾਈ? ਹਾਲਾਂਕਿ ਬਾਅਦ ਦੇ ਵਿੱਚ ਆਪ ਹੀ ਚਲੇ ਗਏ ਸਨ ਬਾਜਵਾ ਸਾਹਿਬ ਇਹਨਾਂ ਦੀ ਰਹਿਸ਼ ਬਿਲਕੁਲ, ਸਿਆਸਤ ਦੇ ਵਿੱਚ ਸਭ ਕੁਝ ਚੱਲਦਾ। ਸੋ ਇਹ ਚੀਜ਼ਾਂ ਨੇ ਕਿ ਦੇਖੋ ਵਿਸਾਖ ਤਕੜੀ ਵਿਸ਼ ਰਹੀ ਆ ਜਿੰਨਾ ਕੋ ਨਜ਼ਰ ਆ ਰਿਹਾ ਨਾ, ਤੇ ਉਹਦੇ ਵਿੱਚ ਸੈਂਟਰ ਦਾ ਤਾਂ ਇੱਕ ਰੋਲ ਰਹੇਗਾ ਹੀ। ਵਿਸਾਖ ਅੱਛੀ ਖਾਸੀ ਵਿਸ਼ ਰਹੀ ਹੈ। ਬਾਕੀ ਹੁਣ ਦੇਖੋ ਇਹ ਗੇਮ ਕਿੱਧਰ ਨੂੰ ਜਾਂਦੀ ਆ। ਗੇਮ ਬਾਰੇ ਕਿਸੇ ਨੇ ਕਹਿਣਾ ਜ਼ਿੰਦਗੀ से बड़ा ना कोई गुरु होता है, जहाँ लगने लगे खेल खत्म, खेल वहीं से शुरू होता है। तो ये खेल ਹੁਣ ਜਿੱਥੇ ਲੱਗ ਰਿਹਾ ਸੀਗਾ ਕਿ ਖਤਮ ਹੋ ਗਿਆ, ਲੱਗਦਾ ਕਿ ਖੇਡ ਉੱਥੇ ਸ਼ੁਰੂ ਹੋਇਆ ਦੇਖੋ ਪ੍ਰਧਾਨਗੀ ਤੋਂ ਬਾਅਦ ਅਸਲ ਖੇਡ ਹੋਣੀ ਸ਼ੁਰੂ ਹੋਇਆ ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨ ਮੋਰਚਾ ਬੜਾ ਚਰਚਾ ਦੇ ਵਿੱਚ ਹੈ? ਚੁੜੀਨੀ ਸਾਹਿਬ ਦੇ ਬਿਆਨ, ਰਾਜੇਵਾਲ ਦਾ ਬਿਆਨ, ਦੂਜਾ ਤੀਜਾ ਚੱਲਦਾ ਰਹਿੰਦਾ। ਹੁਣ ਸਵਾਲ ਉੱਠ ਰਹੇ ਨੇ ਕਿ ਕੀ ਕਿਸਾਨ ਮੋਰਚੇ ਵਿੱਚ ਸਭ ਅੱਛਾ ਹੈ? ਹਾਂਜੀ ਹਾਂਜੀ, ਦੇਖੋ ਗੱਲ ਇਹ ਆ ਕਿ ਸਭ ਅੱਛੇ ਵਾਲੀ ਜਿਹੜੀ ਗੱਲ ਆ ਉਹ ਤੇ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ ਕਿ ਭਾਈ ਯਾਰ ਸਭ ਅੱਛਾ ਹੈ, ਇਹ ਸਭ ਅੱਛਾ ਰਹੂਗਾ ਕਿ ਨਹੀਂ ਰਹੂਗਾ। ਇਹ ਸ਼ੁਰੂ ਤੋਂ ਹੀ ਹੈ ਕਿ ਏਡਾ ਵੱਡਾ ਅੰਦੋਲਨ, ਏਡੀਆਂ ਵੱਡੀਆਂ ਸੰਭਾਵਨਾਵਾਂ ਜਾਂ ਏਡੇ ਵੱਡੇ ਡਰ ਜਿਹਦੇ ਨਾਲ ਜੁੜੇ ਹੋਣ, ਉੱਥੇ ਸਵਾਲ ਤਾਂ ਹੋਣਗੇ ਹੀ ਹੋਣਗੇ। ਇੱਕ ਵੀ ਬੰਦਾ ਕੋਈ ਲਾਂਭੇ ਜਾਂਦਾ ਹੈ, ਕੋਈ ਗਲਤੀ ਕਰਦਾ ਹੈ, ਕੋਈ ਕੋਤਾਹੀ ਕਰਦਾ, ਉਹਦੇ ਤੇ ਬਹੁਤ ਵੱਡਾ ਚਿੰਤਨ ਹੁੰਦਾ, ਬਹੁਤ ਵੱਡੀ ਚਰਚਾ ਹੁੰਦੀ ਹੈ। ਉਹਦਾ ਕਾਰਨ ਇਹੀ ਹੈ ਨਾ ਕਿ ਬਹੁਤ ਸਾਰੀਆਂ ਨਜ਼ਰਾਂ ਜਿਹੜੀਆਂ ਨੇ ਉਹ ਇਸ ਅੰਦੋਲਨ ਤੇ ਲੱਗੀਆਂ ਹੋਈਆਂ ਨੇ। ਔਰ ਇਸ ਅੰਦੋਲਨ ਦੀ ਖਾਸੀਅਤ ਆਪਾਂ ਦੇਖ ਹੀ ਲਈ ਹੈ ਕਿ ਡੋਲਿਆ ਨਹੀਂ ਹੁਣ ਤੱਕ, 1 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਕਿਉਂਕਿ ਇਹਨੂੰ ਪੰਜਾਬ ਦੇ ਵਿੱਚ ਆਪਾਂ ਤੁਰਦਿਆਂ ਦੇਖਿਆ ਸੀਗਾ ਜੂਨ ਜੁਲਾਈ 'ਚ, ਔਰ ਉਸ ਤੋਂ ਬਾਅਦ ਸੜਕਾਂ ਤੇ ਆਇਆ ਸੀਗਾ ਇਹ ਅਗਸਤ ਸਤੰਬਰ 'ਚ। ਤਾਂ ਤੁਸੀਂ ਹਿਸਾਬ ਲਾ ਲਓ ਕਿ 1 ਸਾਲ ਤੋਂ ਉੱਤੇ ਹੋ ਗਿਆ ਇਸ ਅੰਦੋਲਨ ਨੂੰ ਤੁਰਿਆ ਨੂੰ। ਪਰ ਬਾਵਜੂਦ ਇਸ ਦੇ ਕਿ ਬਹੁਤ ਸਾਰੀਆਂ ਔਕੜਾਂ ਮੁਸ਼ਕਿਲਾਂ ਆਈਆਂ ਨੇ, ਮੀਡੀਆ ਤੁਹਾਡੇ ਉਲਟ ਹੋਵੇ, ਸੈਂਟਰ ਸਰਕਾਰ ਤੁਹਾਡੇ ਉਲਟ ਹੋਵੇ, ਏਜੰਸੀਆਂ ਤੁਹਾਡੇ ਉਲਟ ਹੋਣ, ਕੁਛ ਹੋਰ ਰਾਜਨੀਤਿਕ ਦਲ ਤੁਹਾਡੇ ਉਲਟ ਹੋਣ, ਪਰ ਬਾਵਜੂਦ ਇਸ ਤੇ ਤੁਸੀਂ ਉੱਥੇ ਅੜੇ ਪਏ ਹੋ, ਤਾਂ ਕੁਛ ਨਾ ਕੁਛ ਤਾਂ ਤੁਹਾਡੇ 'ਚ ਖਾਸੀਅਤ ਹੈ। ਪਰ ਹੁਣ ਦੇਖੋ ਗੱਲ ਕੀ ਹੈ ਕਿ ਆ ਜਿਹੜੀ ਤਾਜ਼ਾ ਜੇ ਆਪਾਂ ਸਾਰੀ ਕਹਾਣੀ ਵੇਖੀਏ ਚੜੂਨੀ ਸਾਹਿਬ ਤੋਂ ਬਾਅਦ, ਉੱਥੋਂ ਕਈ ਸਵਾਲ ਹੋਰ ਉੱਠ ਰਹੇ ਨੇ। ਇੱਕ ਸਟੋਰੀ ਲੱਗੀ ਹੈ, ਹਾਲਾਂਕਿ ਇਹ ਅਖਬਾਰ ਜਿਹਨੇ ਇਹ ਸਟੋਰੀ ਲਾਈ ਹੈ ਜਿੱਥੋਂ ਇਹ ਸਵਾਲ ਜਿਹੜਾ ਬੇਸਿਕਲੀ ਪੈਦਾ ਹੋਇਆ ਵਾ ਕਿ ਯਾਰ ਸਭ ਅੱਛਾ ਹੈ, ਤਾਂ ਉਹ ਅਖਬਾਰ ਵੈਸੇ ਤੇ ਐਂਟੀ ਫਾਰਮਰ ਸਟੋਰੀਜ਼ ਲਈ ਮਸ਼ਹੂਰ ਹੁਆ। ਮਸ਼ਹੂਰ ਨਹੀਂ ਕਹਿ ਸਕਦੇ, ਬਦਨਾਮ ਆ। ਅਸੀਂ ਬਦਨਾਮ ਬੜੇ ਹੋ ਗਏ, ਰਾਜ ਬਰਾੜ ਨੇ ਆਖਿਆ ਸੀ ਨਾ, ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ। ਮਸ਼ਹੂਰ ਹੁੰਦਾ ਅਖਬਾਰ, ਇੱਕ ਬਦਨਾਮ ਹੋ ਜਾਂਦਾ। ਜੀ ਜੀ ਜੀ, ਮੰਨੀ ਬਦਨਾਮ ਹੋਈ, ਇਸ ਤਰ੍ਹਾਂ ਦੀ ਅਖਬਾਰ ਵੀ ਕਈ ਵਾਰ ਬਦਨਾਮ ਹੋ ਜਾਂਦੀ ਹੈ। ਪਰ ਇਹਦੇ ਵਿੱਚ ਦੂਜੀ ਚੀਜ਼ ਜਿਹੜੀ ਹੈ, ਮਤਲਬ ਕਿ ਲਾ ਲਓ 3-4 ਕਾਲਮ ਦੀ ਸਟੋਰੀ ਆ, ਉਹਦੇ ਵਿੱਚ ਯੋਗੇਂਦਰ ਯਾਦਵ ਦਾ ਵਰਸ਼ਨ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਥੋੜੀ ਬਹੁਤ ਰਿਲਾਏਬਲ ਹੈ, ਕਿਉਂਕਿ ਜਦੋਂ ਪੱਖ ਹੁੰਦਾ ਕਿਸੇ ਦਾ ਫਿਰ ਉਹਨੂੰ ਨਕਾਰਿਆ ਨਹੀਂ ਜਾ ਸਕਦਾ। ਉਸ ਸਟੋਰੀ ਚਾਹੇ ਉਹ ਕੋਈ ਵੀ ਛਾਪਿਆ, ਡਜ਼ਨਟ ਮੈਟਰ, ਪ੍ਰੋ ਗੌਰਮੈਂਟਲ ਹੈ ਚਾਹੇ ਉਹ ਪ੍ਰੋ ਫਾਰਮਰ, ਜੋ ਵੀ ਹੈ ਉਹਦੇ 'ਚ ਵਰਸ਼ਨ ਹੈ। ਵਰਸ਼ਨ ਕੀ ਹੈ? ਹੁਣ ਨੰਬਰ 1 ਕਿ ਝੜੂਨੀ ਤੋਂ ਬਾਅਦ ਹਰਿਆਣੇ ਦੇ ਕੁਝ ਸੰਗਠਨ ਇਸ ਤਰ੍ਹਾਂ ਦੇ ਆ ਜਿਹੜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਬਿਲਕੁਲ ਉਲਟ ਬੋਲਣ ਲੱਗਦਾ, ਇਹ ਟਿਕਰੀ ਤੇ ਬੈਠੇ ਨੇ। ਠੀਕ ਹੈ ਜੀ, ਇਹਨਾਂ ਨੇ ਇੱਕ ਨਾਮ ਹੀ ਦਿੱਤਾ ਸੰਯੁਕਤ ਕਿਸਾਨ ਮੋਰਚਾ, ਜਿੱਦਾਂ ਉਦਾਂ ਹੀ ਇਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਲਿਖਦੇ, ਹਰਿਆਣਾ ਸੰਯੁਕਤ ਕਿਸਾਨ ਮੋਰਚਾ। ਇੱਥੋਂ ਗੱਲਬਾਤ ਚੱਲੀ ਹੈ। ਉਹਨਾਂ ਦਾ ਦੋਸ਼ ਕੀ ਹੈ? ਉਹ ਕਹਿੰਦੇ ਕਿ ਪੰਜਾਬ ਦੇ ਕਿਸਾਨਾਂ ਦੀ ਜਿੱਦ ਕਰਕੇ ਗੱਲਬਾਤ ਜਿਹੜੀ ਹੈ ਸਫਲ ਰਹਿੰਦੀ ਆ, ਤੇ ਇਹਨਾਂ ਚੋਂ ਬਹੁਤੇ ਬੰਦੇ ਇਹੋ ਜਿਹੇ ਆ ਜਿਹੜੇ ਇਸ ਗੱਲ ਦੇ ਪੱਖਧਾਰ ਆ ਕਿ ਭਾਈ ਇਹਨਾਂ ਮਾਮਲਿਆਂ ਦੇ ਵਿੱਚ ਜੇ ਅਮੈਂਡਮੈਂਟ ਹੋ ਜਾਣ ਆ ਜਿਹੜੇ ਕਿਸਾਨੀ ਮਾਮਲੇ, ਤੇ ਠੀਕ ਹੈ, ਉਹ ਕਹਿੰਦਾ ਹੁਣ ਯੋਗੇਂਦਰ ਯਾਦਵ ਕੀ ਕਹਿ ਰਹੇ ਆ ਇਸੇ ਵਰਸ਼ਨ ਦੇ ਵਿੱਚ? ਯੋਗੇਂਦਰ ਯਾਦਵ ਕਹਿ ਰਹੇ ਨੇ ਕਿ ਦੇਖੋ ਗੱਲ ਇਹ ਆ ਕਿ ਇਸ ਨਾਂ ਦਾ
ਕੋਈ ਸੰਗਠਨ ਹੈ ਹੀ ਨਹੀਂ ਹੈ। ਅਸੀਂ ਇਹਨਾਂ ਨੂੰ ਬੁਲਾਇਆ ਸੀਗਾ, ਅਸੀਂ ਕਿਹਾ ਕਿ ਤੁਹਾਡੀ ਗਲਤੀ ਆ, ਇਹਨਾਂ ਨੇ ਰਿਲਾਈਜ਼ ਕੀਤਾ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਲਿਖਤੀ ਮਾਫੀ ਮੰਗੋ ਤੇ ਵੀਡੀਓ ਮਾਫੀ ਮੰਗੋ, ਪਰ ਬਾਵਜੂਦ ਇਸ ਤੇ ਇਹਨਾਂ ਨੇ ਮਾਫੀ ਮੰਗਣ ਦੀ ਜਗ੍ਹਾ ਤੇ ਹੁਣ ਇੱਕ ਨਵੀਂ ਸਟੇਟਮੈਂਟ ਜਾਰੀ ਕਰ ਦਿੱਤੀ ਆ। ਤੇ ਉਹ ਕਹਿੰਦੇ ਆ ਜਿਹੜੇ ਹਰਿਆਣੇ ਵਾਲੇ ਸੰਗਠਨ ਕਹਿੰਦੇ ਕਿ ਅਸੀਂ ਕਿਸੇ ਖਾਲਿਸਤਾਨ ਜਾਂ ਕਿਸੇ ਇਲੈਕਸ਼ਨ ਦੀ ਵਿਚਾਰਧਾਰਾ ਦੇ ਸਮਰਥਨ 'ਚ ਨਹੀਂ ਸੀ ਆਏ ਤੇ ਇਹ ਸਾਡਾ ਮਤਲਬ ਕਿ ਮੰਤਵ ਹੀ ਨਹੀਂ ਸੀਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਸਭ ਅੱਛਾ ਨਹੀਂ ਵਾਲੀ ਜਿਹੜੀ ਕਹਾਣੀ ਉਹ ਇੱਥੋਂ ਹੀ ਤੁਰਦੀ ਆ ਕਿ ਇੱਕ ਜਿਹੜੀ ਗੱਲ ਦਾ ਸੰਸਾ ਸੀਗਾ, ਇੱਕ ਖਦਸ਼ਾ ਸੀਗਾ, ਜਿਸ ਗੱਲ ਦਾ ਭੈ ਸੀਗਾ ਕਿ ਕਿਤੇ ਪਾਟਕ ਨਾ ਪੈ ਜਾਵੇ ਕਿ ਉਹ ਚੜੂਨੀ ਸਾਹਿਬ, ਹਾਲਾਂਕਿ ਚੜੂਨੀ ਸਾਹਿਬ ਤੇ ਹੁਣ ਫਿਰ ਗਏ ਨੇ, ਆਪਦੇ ਬਿਆਨ ਤੋਂ ਆਪਾਂ ਕੱਲ ਗੱਲ ਕੀਤੀ ਸੀ ਮੇਰੇ ਖਿਆਲ ਨਾਲ, ਪਰ ਉਹਨਾਂ ਦੀ ਇਸ ਹੇਰਵੇ ਕਰਕੇ ਜਿਹੜਾ ਇਲੈਕਸ਼ਨ ਪ੍ਰਤੀ ਆ ਉਹ ਕਿਤੇ ਨਾ ਕਿਤੇ ਹੁਣ ਦੂਸਰੇ ਪਾਸੇ ਇੰਪੈਕਟ ਪੈਂਦਾ ਨਜ਼ਰ ਆ ਰਿਹਾ ਹੈ। ਕਿਉਂਕਿ ਯੋਗੇਂਦਰ ਯਾਦਵ ਦਾ ਵਰਸ਼ਨ ਉਹਨੂੰ ਨਹੀਂ ਨਿਕਾਲ ਸਕਦੇ ਆਪਾਂ, ਚੋਰੀ ਤਾਂ ਹੋ ਸਕਦਾ ਕਈ ਵਾਰ ਕੁਝ ਚੀਜ਼ਾਂ ਪਲਾਂਟ ਕੀਤੀਆਂ ਜਾਂਦੀਆਂ, ਰਾਜਨੀਤੀ ਬੰਨਿਓ ਜਾਂ ਮੀਡੀਆ ਬੰਨਿਓ ਕੁਝ ਚੀਜ਼ਾਂ ਦੀ ਗੁੰਜਾਇਸ਼ ਰਹਿੰਦੀ ਆ, ਉਹ ਮੈਂ ਮੰਨਦਾ, ਪਰ ਜਦੋਂ ਵਰਸ਼ਨ ਆ ਰਿਹਾ ਤਾਂ ਇਹਦਾ ਮਤਲਬ ਇਹ ਆ ਕਿ ਕੁਛ ਨਾ ਕੁਛ ਤੇ ਉੱਥੇ ਹੋ ਰਿਹਾ ਹੈ ਨਾ, ਤਾਂ ਹੀ ਪ੍ਰਤੀਕਰਮ ਆ ਰਿਹਾ। ਦੋਸਤੋ ਤੁਸੀਂ ਅਗਰ ਕੋਈ ਕੁਐਸਚਨ ਕਰਨਾ ਹੈ ਤਾਂ ਨੰਬਰ ਹੈ 905 813 1320 905 813 1320। ਦ ਫਾਇਰਪਲੇਸ ਕੰਪਨੀ ਇੱਕ ਅਜਿਹਾ ਅਦਾਰਾ, ਬਹੁਤ ਵੱਡਾ ਅਦਾਰਾ ਹੈ ਔਰ ਇੱਥੇ ਤੁਹਾਨੂੰ ਹਰ ਬ੍ਰਾਂਡ ਜਿਹੜਾ ਹੈ ਉਹ ਤਕਰੀਬਨ ਮਿਲ ਸਕਦਾ, ਪਰੰਤੂ ਨੈਪੋਲੀਅਨ ਬ੍ਰਾਂਡ ਦੁਨੀਆ ਦਾ ਮੰਨਿਆ ਪ੍ਰਮੰਨਿਆ ਬ੍ਰਾਂਡ ਹੈ ਜੋ ਤੁਸੀਂ ਉੱਥੋਂ ਲੈ ਸਕਦੇ ਹੋ। ਗੈਸ ਫਾਇਰਪਲੇਸ, ਵੁੱਡ ਫਾਇਰਪਲੇਸ, ਇਲੈਕਟ੍ਰੀਕਲ ਫਾਇਰਪਲੇਸ ਦੇ ਨਾਲ ਬਾਰਬੀਕਿਊਜ਼ ਆਦਿ ਲੈਣੇ ਨੇ। ਤੁਸੀਂ ਆਪਣਾ ਘਰ ਅਪਗ੍ਰੇਡ ਕਰ ਰਹੇ ਹੋ, ਤੁਸੀਂ ਪੁਰਾਣੀ ਜਿਹੜੀ ਹੈ ਫਾਇਰਪਲੇਸ ਨੂੰ ਰਿਮੂਵ ਕਰਵਾਉਣਾ ਤੇ ਪ੍ਰੋਫੈਸ਼ਨਲ ਇਨਸਟਾਲਰ ਦੁਆਰਾ ਜੋ ਐਨ ਵਧੀਆ ਹਾਈ ਐਂਡ ਦਾ ਕੰਮ ਕਰਦੇ ਹੋਣ ਉਹਨਾਂ ਦੁਆਰਾ ਇੰਸਟਾਲ ਕਰਾਉਣਾ ਚਾਹੁੰਦੇ ਹੋ ਤਾਂ ਕੰਪਨੀ ਦਾ ਰੈਕੋਰਡ ਵੇਖੋ। ਦ ਫਾਇਰਪਲੇਸ ਕੰਪਨੀ, ਇਹਨਾਂ ਕੋਲ ਵਨ-ਸਵੰਨੇ ਬਾਰਬੀਕਿਊਜ਼ ਲੈ ਸਕਦੇ ਹੋ ਤੇ ਇਹਨਾਂ ਨੂੰ ਗੈਸ ਫਿਟਰ ਵੀ ਚਾਹੀਦੇ ਨੇ। ਨੰਬਰ ਟੂ ਕਾਲ 2854 ਡਫਰਨ ਸਟਰੀਟ, ਨਾਰਥ ਯਾਰਕ ਦੇ ਵਿੱਚ ਹੈ ਜੀ, 4169007831। ਇੱਕ ਦੋ ਦਿਨਾਂ ਤੱਕ ਤੁਸੀਂ ਟੀਵੀ ਤੇ ਇਹਨਾਂ ਦੀ ਕਮਰਸ਼ੀਅਲ ਪ੍ਰੋਫੈਸ਼ਨਲ ਜਿਹੜੀ ਹੈ ਉਹ ਵੀ ਦੇਖੋਗੇ ਤਾਂ ਕਿ ਤੁਹਾਨੂੰ ਦਿਖਾਈ ਦੇ ਸਕਣ ਕਿ ਕਿਸ ਤਰ੍ਹਾਂ ਦੀਆਂ ਫਾਇਰਪਲੇਸ ਇਹਨਾਂ ਨੇ ਡਿਸਪਲੇ ਕੀਤੀਆਂ ਹੋਈਆਂ ਨੇ। ਜੋ ਤੁਹਾਡੇ ਘਰ ਦੀ ਜਿਹੜੀ ਅਪਗ੍ਰੇਡ ਕਰ ਰਹੇ ਹੋ ਤੁਸੀਂ ਉਹ ਲਵਾ ਲਵੋਗੇ ਤਾਂ ਹੋਰ ਵੀ 4 ਚੰਨ ਲੱਗ ਜਾਣਗੇ। ਲੋਕੀ ਪੁੱਛਣਗੇ ਕਿੱਥੋਂ ਲਈ ਬਈ। 2854 ਡਫਰਨ ਸਟਰੀਟ, ਨਾਰਥ ਯਾਰਕ, 4169007831 ਤੇ ਕਾਲ ਕਰ ਲੈਣਾ। ਔਰ ਰਜਿੰਦਰ ਗੁਰਾਇਆ ਜੀ ਉਹ ਦਾਅਵਾ ਕਰਦੇ ਨੇ ਕਿ 1-2 ਸਿਟਿੰਗ ਜਿਹੜੀਆਂ ਨੇ ਚਾਵਲਾ ਜੀ, ਮੈਂ ਉਹਨਾਂ ਨੇ ਗੱਲ, ਮੇਰੀ ਬਹਿਸ ਹੋ ਗਈ ਐਡਵਰਟਾਈਜ਼ਮੈਂਟ ਤੇ, ਮੈਂ ਕਿਹਾ ਜੀ ਮੈਂ ਇਹ ਗੱਲ ਨਹੀਂ ਕਹਿਣੀ, ਮੈਂ ਓਪਨਲੀ ਕਹਿ ਦਿੱਤਾ, ਮੈਂ ਕਿਹਾ ਨੋ ਆਮ ਸੌਰੀ, ਇੱਕ ਦਿਨ ਦੀ ਸਿਟਿੰਗ ਨਾਲ ਕਿਵੇਂ ਹੋ ਸਕਦਾ, ਦਿਸ ਇਜ਼ ਚਾਵਲਾ। ਮੈਂ ਕਿਹਾ ਮੈਂ ਐਡਵਰਟਾਈਜ਼ਮੈਂਟ ਲਾਵਾਂਗਾ, ਤੁਸੀਂ ਏਅਰ ਦੇ ਉੱਤੇ ਆ ਕੇ ਕਹਿ ਦਿਓ, ਕਿਉਂਕਿ ਜੇ ਮੈਂ ਇਹ ਕਹਾਂ ਕਿ ਇੱਕ ਦਿਨ ਦੇ ਤੁਸੀਂ ਠੀਕ ਹੋ ਜਾਓਗੇ ਪਈ ਨਹੀਂ ਪਈ ਤਾਂ ਡਾਕਟਰ ਵੀ ਪਰਚੀ ਲਿਖਣ ਲੱਗਿਆ ਰਿਕੁਐਸਟ ਕਰਦਾ, ਪਰ ਐਡਵਰਟਾਈਜ਼ਮੈਂਟ ਚੱਲੇ ਚਾਹੇ ਨਾ ਚੱਲੇ, ਪਰ ਆਪਾਂ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ। ਹੁਣ ਇਹ ਕਹਿੰਦੇ ਕਿ ਸਾਡੇ ਕੋਲ 1 ਜਾਂ 2 ਸਿਟਿੰਗ, ਹੁਣ ਜੇ ਵੀ ਤੁਸੀਂ ਬਿਮਾਰੀ ਨੂੰ ਇੱਧਰੋਂ ਉੱਧਰੋਂ ਮਸਾਜ ਕਰਵਾ ਕੇ ਪਹਿਲਾਂ ਹੀ ਬੁਰਾ ਹਾਲ ਕਰਵਾ ਲਿਆ ਤੇ ਫਿਰ ਬਿਮਾਰੀ ਜਿਹੜੀ ਹੈ ਵਿਗੜੀ ਹੋਈ ਆ ਉਹਦਾ ਤਾਂ ਕੋਈ ਹੱਲ ਨਹੀਂ ਹੁੰਦਾ ਛੇਤੀ ਕੀਤੀਆਂ। ਹੋ ਸਕਦਾ ਵੀ ਇਹਨਾਂ ਦੇ ਕੋਲ ਇਹੋ ਜਿਹਾ ਜਾਦੂ ਹੈ ਜੋ ਫੁੱਲ ਕੌਨਫੀਡੈਂਸ ਨੇ ਉਹ ਕਿ ਮੈਂ ਬਈ ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿਪ ਪੇਨ ਅਤੇ ਮਾਈਗ੍ਰੇਨ ਦੀ ਸਮੱਸਿਆ ਤੁਸੀਂ ਸਾਡੇ ਕੋਲ ਆਓਗੇ ਤਾਂ 1-2 ਸੀਟਿੰਗ ਦੇ ਵਿੱਚ ਤੁਹਾਡੀ ਜਿਹੜੀ ਹੈ ਉਹ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਨਿਜਾਤ ਮਿਲ ਸਕਦੀ ਹੈ। ਸੋ ਤੁਸੀਂ ਉਹਨਾਂ ਨੂੰ ਮਿਲ ਲੈਣਾ ਜੀ। 50 ਸਟਿਲਮੈਨ ਡਰਾਈਵ ਬਰੈਂਪਟਨ ਦੇ ਵਿੱਚ ਹੈ। ਰਜਿੰਦਰ ਗੁਰਾਇਆ ਜੀ, ਕਾਲ ਕਰਨ ਲਈ ਨੰਬਰ ਹੈ 4168845486 416 884 5486। ਭਾਵੇਂ ਮੇਰੇ ਬਾਰੇ ਦੱਸ ਦਿਓ ਕਿ ਮੈਂ ਇੰਜ ਬੋਲ ਰਿਹਾ ਸੀਗਾ, ਮੈਂ ਕਿਹਾ ਜੀ ਮੈਂ ਆਪਣੇ ਤਰੀਕੇ ਨਾਲ ਬੋਲਾਂਗਾ ਜ਼ਰੂਰ, ਪਰ ਸਾਡੇ ਦਰਸ਼ਕ ਜਿਸ ਸਰੋਤੇ ਸਾਨੂੰ ਸੁਣ ਰਹੇ ਨੇ ਕੋਈ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਉੱਥੋਂ ਇਲਾਜ ਕਰਵਾ ਸਕਦੇ ਹੋ। ਪੰਜਾਬ ਸਰਕਾਰ ਦੀ ਇਹ ਖਬਰ ਗੱਲ ਆ ਗਈ ਹੈ ਕਿ ਕਹਿੰਦੀ ਹੈ ਕਿ ਸਿੱਧੀ ਸਬਸਿਡੀ ਨਹੀਂ ਪਾਵਾਂਗੇ, ਕੀ ਕਹਿਣਾ ਚਾਹੋਗੇ? ਵੱਡੀ ਖਬਰ ਹੈ ਜੀ, ਇਹ ਵੱਡੀ ਖਬਰ ਹੈ। ਦੇਖੋ ਹਾਂਜੀ, ਬਿਜਲੀ ਸੋਧ ਬਿੱਲ ਦੀ ਆਪਾਂ ਚਰਚਾ ਕਰਦੇ ਹਾਂ ਨਾ ਹਮੇਸ਼ਾ, ਤੇ ਬਿਜਲੀ ਸੋਧ ਬਿੱਲ ਵੀ ਆ ਰਿਹਾ, ਕਿਸਾਨ ਵੀ ਤੁਸੀਂ ਦੇਖਿਆ ਹੋਣਾ ਕਿ ਆਪਣੀਆਂ ਸਪੀਚਾਂ ਦੇ ਵਿੱਚ ਜਿਹੜੇ ਮੁਤਬਰ ਆ ਉਹ ਇਹਦਾ ਜ਼ਿਕਰ ਕਰਦੇ ਕਿ ਬਿਜਲੀ ਸੋਧ ਬਿੱਲ ਆ ਜਾਵੇਗਾ ਤੇ ਉਹਦੇ ਨਾਲ ਸਾਡੀ ਸਬਸਿਡੀ ਜਿਹੜੀ ਆ ਮੁੱਕ ਜਾਵੇਗੀ। ਤਾਂ ਹੁਣ ਸਰਕਾਰ ਨੇ ਘੱਟੋ ਘੱਟ ਸਾਡੀ ਸੂਬਾ ਸਰਕਾਰ ਨੇ ਇਸ ਖਰਚੇ ਨੂੰ ਰੱਦ ਕੀਤਾ ਹੈ ਤੇ ਉਹਨਾਂ ਨੇ ਆਖਿਆ ਵਾ ਕਿ ਦੇਖੋ ਬਿਜਲੀ ਸਬਸਿਡੀ ਵਾਲਾ ਜਿਹੜਾ ਮਾਮਲਾ ਆ ਉਹ ਅਸੀਂ ਇਹਨਾਂ ਦਾ ਨਹੀਂ ਮੰਨਿਆ,
ਮਤਲਬ ਉਹ ਇਹ ਕਹਿ ਰਹੇ ਆ ਕਿ ਅਸੀਂ ਸ਼ਰਤਾਂ ਮੰਨੀਆਂ ਨੇ। ਵੇਖੋ ਚਾਵਲਾ ਸਾਹਿਬ, ਇਹ ਗੱਲ ਮਾਨ ਘੁਮਾਨ ਦੀ ਨਹੀਂ ਹੁੰਦੀ, ਫਤੂਰ ਜ਼ਰੂਰ ਦੀ ਨਹੀਂ ਹੁੰਦੀ। ਅਸੀਂ ਗੱਲ ਪਿਛਲੇ 8 ਮਹੀਨਿਆਂ ਤੋਂ ਕਹਿ ਰਹੇ ਸੀ, 9 ਮਹੀਨਿਆਂ ਤੋਂ ਕਹਿ ਰਹੇ ਸੀਗੇ ਕਿ ਇਹਨਾਂ ਨੇ ਸ਼ਰਤਾਂ ਮੰਨੀਆਂ ਨੇ, ਉਸ ਗੱਲ ਤੇ ਮੋਹਰ ਲੱਗੀ ਹੈ। ਚਲੋ ਸਾਨੂੰ ਘੱਟ ਲੋਕ ਸੁਣਦੇ ਹੋਣਗੇ, ਘੱਟ ਲੋਕ ਸਾਨੂੰ ਮਤਲਬ ਕਿ ਸ਼੍ਰੇਣੀ ਚ ਰੱਖਦੇ ਆ ਕਿ ਰਿਲਾਇਬਲ ਜਿੱਥੇ ਕਿਹਾ ਜਾਂਦਾ, ਪਰੰਤੂ ਗੱਲ ਇਹ ਆ ਕਿ ਇਹ ਚੀਜ਼ ਸਾਨੂੰ ਪਤਾ ਸੀਗਾ ਕਿ ਇਹਨਾਂ ਨੇ ਮੰਨ ਲਈ ਹੈ। ਕਿਉਂਕਿ ਯਾਦ ਹੋਣਾ ਤੁਹਾਨੂੰ, ਆਪਾਂ ਅਕਸਰ ਗੱਲ ਕਰਿਆ ਕਰਦੇ ਸੀਗੇ ਕਿ ਇਹਨਾਂ ਨੇ ਕੁਝ ਸਟੇਟਾਂ ਨੂੰ ਖਾਸ ਤੌਰ ਤੇ ਟਾਰਗੇਟ ਵਜੋਂ ਲੈ ਕੇ ਰੈਪ ਦੀ ਇੱਕ ਪੇਸ਼ਕਸ਼ ਕੀਤੀ ਸੀਗੀ ਕਿ ਭਾਈ ਜੇ ਤੁਸੀਂ ਸਾਡੀਆਂ ਆਹ ਸ਼ਰਤਾਂ ਮੰਨ ਲਵੋਗੇ ਤਾਂ ਤੁਹਾਨੂੰ ਅਸੀਂ ਲੋਨ ਜਿਹੜਾ ਹੁੰਦਾ ਕਹਿ ਦਿੰਦੇ ਆਪਾਂ ਕਿ ਉਹਦੇ ਵਿੱਚ ਤੁਹਾਨੂੰ ਅਸੀਂ ਰਿਲੈਕਸੇਸ਼ਨ ਦੇਵਾਂਗੇ। ਮੈਂ ਤੁਹਾਨੂੰ ਇੱਕ ਚੀਜ਼ ਸਮਝਾ ਦਿੰਦਾ ਕਿਸ ਤਰ੍ਹਾਂ। ਮਤਲਬ ਅੱਗੇ ਕੀ ਹੁੰਦਾ ਸੀਗਾ, ਲਾ ਲਓ ਕਿ ਅੱਜ ਤੋਂ 10-15 ਸਾਲ ਪਹਿਲਾਂ ਤੱਕ ਕਿ ਕੋਈ ਵੀ ਸੂਬਾ ਸਰਕਾਰ ਜਿਹੜੀ ਹੁੰਦੀ ਸੀ ਉਹ ਜਿੰਨਾ ਮਰਜ਼ੀ ਲੋਨ ਲੈ ਸਕਦੀ ਸੀ। ਮਤਲਬ ਕਿ ਜਿਹੜੀ ਉਹਦੀ ਪੈਦਾਵਾਰ ਆ GSDP ਜਿਹਦੀ ਆਪਾਂ ਚਰਚਾ ਕਰਦੇ ਹਾਂ, ਤੇ ਉਹਦਾ ਜਿੰਨਾ ਮਰਜ਼ੀ ਪਰਸੈਂਟ ਦਾ ਉਹ ਲੋਨ ਲੈ ਸਕਦੀ ਸੀ। ਪਰ ਇੱਥੇ ਫਿਰ ਇਹਨਾਂ ਨੇ ਕੱਟ ਆਫ ਕਰ ਦਿੱਤਾ। ਉਹਦਾ ਕੀ ਸੀਗਾ ਕਿ ਭਾਈ ਏਦਾਂ ਨਹੀਂ ਹੋ ਸਕਦਾ, ਉਹਦਾ ਕੈਪ ਹੋਏਗਾ। ਕੈਪ ਕੀ ਹੋਏਗਾ ਕਿ ਤੁਸੀਂ GSDP ਦੇ 2 ਜਾਂ 2.5% ਤੋਂ ਜਾਂ 3% ਤੋਂ ਵੱਧ, ਪੱਕਾ ਨਹੀਂ ਮੈਨੂੰ ਪਤਾ ਐਗਜ਼ੈਕਟ, ਇਹ ਸ਼ਾਇਦ 3% ਤੱਕ ਆ ਕਿ ਉੱਥੋਂ ਤੱਕ ਤੁਸੀਂ ਲੋਨ ਲੈ ਸਕਦੇ ਹੋ, ਇਹਦੇ ਉੱਤੋਂ ਨਹੀਂ ਜਾ ਸਕਦੇ। ਤਾਂ ਇਹਨਾਂ ਨੇ ਕੀ ਪੇਸ਼ਕਸ਼ ਕੀਤੀ ਸੀਗੀ ਕਰੋਨਾ ਕਾਲ ਦੇ ਦਰਮਿਆਨ ਕਿ ਤੁਹਾਡੀ ਦੇਖੋ ਜੀ ਇਕਨੋਮੀ ਨੂੰ ਲਾਸ ਹੋਇਆ ਵਾ, ਤੇ ਜੇ ਤੁਸੀਂ ਆਹ ਸਾਡੀਆਂ ਸ਼ਰਤਾਂ ਮੰਨ ਲਓ ਤਾਂ ਫਿਰ ਅਸੀਂ ਉਹ ਤੁਹਾਨੂੰ ਢਿੱਲ ਦੇ ਦਿੰਦੇ ਐਕਸਟਰਾ, ਤੁਸੀਂ 2-3% ਐਕਸਟਰਾ ਲੈ ਲਓ। ਹੁਣ ਕੁਝ ਸਟੇਟਾਂ ਨੇ ਇਹਨਾਂ ਨੂੰ ਰੱਦ ਕਰ ਦਿੱਤਾ ਸੀਗਾ ਜੋ ਸ਼ਰਤਾਂ ਸੀਗੀਆਂ, ਕੁਝ ਸਟੇਟਾਂ ਨੇ ਪ੍ਰਵਾਨ ਕਰ ਲਿਆ ਸੀਗਾ। ਤੇ ਆਪਾਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੇ ਆਏ ਸੀਗੇ ਕਿ ਪੰਜਾਬ ਸਰਕਾਰ ਬੇਸ਼ੱਕ ਮੰਨੇ ਨਾ ਮੰਨੇ, ਇਹਨਾਂ ਨੇ ਉਹ ਸ਼ਰਤਾਂ ਜਿਹੜੀਆਂ ਸੀਗੀਆਂ ਪ੍ਰਵਾਨ ਕੀਤੀਆਂ ਨੇ। ਔਰ ਇਹੀ ਕਾਰਨ ਸੀਗਾ ਕਿ ਰੌਲਾ ਪੈਣ ਤੋਂ ਪਹਿਲਾਂ ਹੀ ਇਹਨਾਂ ਨੇ ਬਿਜਲੀ ਸੋਧ ਬਿੱਲ ਰੱਦ ਕਰਨ ਵਾਲਾ ਮਤਾ ਲੈ ਆਂਦਾ ਸੀਗਾ ਵਿਧਾਨ ਸਭਾ ਦੇ ਵਿੱਚ। ਉਹ ਕਿਉਂ? ਜੇ ਤੁਸੀਂ ਪ੍ਰਵਾਨ ਹੀ ਨਹੀਂ ਸੀ ਕੀਤਾ, ਜੇ ਤੁਸੀਂ ਉਹਦੇ 'ਚ ਮਨਜ਼ੂਰੀ ਨਹੀਂ ਸੀ ਕੋਈ ਰੱਖਦੇ, ਕੋਈ ਕੰਸਰਨ ਹੀ ਨਹੀਂ ਸੀਗਾ ਤੁਹਾਡਾ, ਕੋਈ ਕੰਸੈਂਟ ਹੀ ਨਹੀਂ ਸੀਗਾ, ਲਿਆਉਣ ਦੀ ਲੋੜ ਨਹੀਂ ਸੀ, ਕਿਉਂਕਿ ਬਿਜਲੀ ਤੁਹਾਡੇ ਸਟੇਟ ਦਾ ਸਬਜੈਕਟ ਹੈ, ਧੱਕੇ ਨਾਲ ਤੁਹਾਡੇ ਤੋਂ ਕਰਵਾ ਹੀ ਨਹੀਂ ਸੀ ਸਕਦੇ। ਸੋ ਇਸ ਕਰਕੇ ਹੁਣ ਇਹਨਾਂ ਨੇ ਜਿਹੜੀ ਸਫਾਈ ਦਿੱਤੀ ਆ, ਜਾਂ ਸਿੱਧੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੰਨਿਆ ਇਸ ਗੱਲ ਨੂੰ ਕਿ ਹਾਂਜੀ ਅਸੀਂ ਸ਼ਰਤਾਂ ਦੂਜੀਆਂ ਉਹਨਾਂ ਦੀਆਂ ਮੰਨ ਲਈਆਂ ਨੇ। ਮਨਪ੍ਰੀਤ ਸਿੰਘ ਬਾਦਲ ਬੜੇ ਚਰਚਿਤ ਨੇ ਅੱਜ ਕੱਲ। ਉਹ ਇੱਕ ਬੜਾ ਮੈਨੂੰ ਕਿਸੇ ਨੇ ਨਾ ਹਾਸੋ ਨਾਲ ਸਕਰੀਨ ਸ਼ਾਟ ਭੇਜਿਆ, ਉਹਦੇ ਚ ਇੱਕ ਮਿੱਤਰ ਕਹਿੰਦਾ ਕਿ ਯਾਰ ਹੈਲੋ ਮੈਨੂੰ ਲੋੜ ਪੈ ਗਈ ਆ, ਕਹਿੰਦਾ ਕਾਹਦੀ? ਉਹ ਕਹਿੰਦਾ ਯਾਰ 5000 ਰੁਪਇਆ ਹੈਗਾ ਤੇਰੇ ਕੋਲ। ਉਹਨੇ ਅੱਗੋਂ ਚੱਕ ਕੇ ਤੇ ਮਨਪ੍ਰੀਤ ਬਾਦਲ ਦੀ ਫੋਟੋ ਭੇਜ ਦਿਓ, ਕਹਿੰਦਾ ਆਹ ਕੀ ਹੋਇਆ? ਕਹਿੰਦਾ ਖਜ਼ਾਨਾ ਖਾਲੀ ਆ ਭਰਾਵਾ, ਉਹ ਜਿਹਾ ਖਾਲੀ ਆ। ਸੋ ਮਨਪ੍ਰੀਤ ਸਿੰਘ ਬਾਦਲ ਹੁਣ ਇਸ ਚੀਜ਼ ਤੇ ਮੋਹਰ ਲਾ ਰਹੇ ਨੇ ਕਿ ਭਾਈ ਅਸੀਂ ਸ਼ਰਤਾਂ ਬਾਕੀ ਦੀਆਂ ਮੰਨ ਲਈਆਂ, ਪਰ ਬਿਜਲੀ ਜਿਹੜੀ ਸਿੱਧੀ ਸਬਸਿਡੀ ਕਿਸਾਨਾਂ ਦੇ ਖਾਤੇ 'ਚ ਜਾਣ ਵਾਲੀ ਉਹ ਸ਼ਰਤ ਨਹੀਂ ਅਸੀਂ ਮੰਨੀ। ਤੇ ਜਿੱਥੋਂ ਤੱਕ ਕਰਜ਼ੇ ਦਾ ਸਵਾਲ ਆ, ਕਹਿੰਦੇ ਜੀ ਕਰਜ਼ਾ ਅਸੀਂ ਹਲੇ ਚੱਕਿਆ ਨਹੀਂ, ਰਿਲੈਕਸੇਸ਼ਨ ਹੈ ਤਾਂ ਉਹ ਅਸੀਂ ਅਖੀਰਲੀ ਸਮਾਂ 'ਚ ਮਤਲਬ ਕਿ ਇਲੈਕਸ਼ਨ ਦੇ ਨੇੜੇ ਚੱਕ ਸਕਦੇ ਨੇ। ਸੋ ਆਹ ਗੱਲ ਹੈ ਕਿ ਬਿਜਲੀ ਸਾਰੀਆਂ ਗੱਲਾਂ ਹੋਰ ਵੱਧ ਹੋ ਜਾਂਦੀਆਂ ਇਸ ਚੀਜ਼ ਤੇ ਆ ਕੇ। ਔਰ ਇਹ ਵੀ ਹੈ ਕਿ ਅੱਜ ਤੁਸੀਂ ਕਹਿ ਰਹੇ ਹੋ ਕਿ ਬਿਜਲੀ ਸੋਧ ਬਿੱਲ ਦੇ ਵਿੱਚ ਜਿਹੜੀ ਇਹ ਸਭ ਤੋਂ ਵੱਡੀ ਕਹਿ ਲਓ ਕਿ ਘੁੰਡੀ ਹੈ ਕਿ ਇਹ ਸਬਸਿਡੀ ਖਤਮ ਕੀਤੀ ਜਾਵੇ, ਤੁਸੀਂ ਵਰਬਲੀ ਕਹਿ ਰਹੇ ਹੋ, ਪਰ ਕੱਲ ਨੂੰ ਜੇ ਬਿਜਲੀ ਸੋਧ ਬਿੱਲ ਲਾਗੂ ਹੋ ਜਾਂਦਾ ਹੈ, ਉਸ ਸੂਰਤ ਦੇ ਵਿੱਚ ਤੁਸੀਂ ਪਾਵਰਕਾਮ ਦਾ ਤਾਂ ਪੱਠਾ ਬਿਠਾ ਦਿੱਤਾ ਸਬਸਿਡੀਆਂ ਦੇ ਕੇ ਅੰਨੀਆਂ ਸਬਸਿਡੀਆਂ ਦੇ ਕੇ, ਤਾਂ ਤੁਸੀਂ ਤਾਂ ਬਹੁਤ ਈਜ਼ੀਲੀ ਬਾਹਰ ਹੋ ਜਾਓਗੇ ਗੇਮ 'ਚ। ਜੀ ਅੱਜ ਤੁਸੀਂ ਕੋਈ ਲਿਖਤੀ ਭਰੋਸਾ ਨਹੀਂ ਦੇ ਰਹੇ, ਇੱਕ ਵਰਬਲੀ ਕਹਿ ਰਹੇ ਹੋ ਕਿ ਨਹੀਂ ਜੀ ਬਿਜਲੀ ਸਬਸਿਡੀ ਵਾਲੀ ਜਿਹੜੀ ਸਿੱਧੀ ਅਦਾਇਗੀ ਹੈ ਨਾ ਉਹ ਆਪਾਂ ਪ੍ਰਵਾਨ ਨਹੀਂ ਕੀਤੀ, ਪਰ ਦੂਜੀਆਂ ਗੱਲਾਂ ਤੇ ਉਹ ਮੰਨ ਗਏ ਆ, ਇਹਨਾਂ ਨੇ ਸ਼ਰਤਾਂ ਪ੍ਰਵਾਨ ਕੀਤੀਆਂ। ਮੇਰੇ ਨਾਲ ਕਾਲਰ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਦਿਲਬਾਗ ਜੀ, ਮਿੱਟੂ ਜੀ ਸਤਿ ਸ੍ਰੀ ਅਕਾਲ, ਨਿੱਪੀਪੁਰੀ ਬੋਲ ਰਿਹਾ ਜੀ। ਜੀ ਨਿੱਪੀਪੁਰੀ। ਦਿਲਬਾਗ ਜੀ ਮਿੱਟੂ ਜੀ ਮੇਰਾ ਇੱਕ ਕੁਐਸਚਨ ਜਿਹੜਾ ਹੈਗਾ ਕਿਸਾਨ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਨਾਲ ਰਿਲੇਟਡ ਜੇ ਕਹੋ ਤੇ ਪੁੱਛਾਂ, ਕਿਉਂਕਿ ਤੁਹਾਡਾ ਟੌਪਿਕ ਹੁਣ ਅੱਗੇ ਨੂੰ ਵੱਧ ਚੁੱਕਿਆ ਹੋਇਆ। ਕੋਈ ਨਹੀਂ। ਹਾਂਜੀ ਅੱਛਾ, ਜਿਹੜਾ ਇਹ ਕਿਸਾਨ ਅੰਦੋਲਨ ਚੱਲ ਰਿਹਾ ਜੀ ਉਹਦੇ ਵਿੱਚ ਬੜੇ ਰੰਗ ਦੇਖਣ ਨੂੰ ਮਿਲ ਰਹੇ ਨੇ। ਪਹਿਲਾਂ ਸ਼ੁਰੂਆਤ ਤੋਂ ਲੈ ਕੇ ਉਸ ਤੋਂ ਬਾਅਦ 26 ਜਨਵਰੀ ਤੋਂ ਬਾਅਦ ਟਕੈਤ ਸਾਹਿਬ ਦਾ ਉੱਭਰ ਕੇ ਸਾਹਮਣੇ ਆਉਣਾ, ਹੀਰੋ ਬਣ ਕੇ ਆਉਣਾ, ਔਰ ਉਸ ਤੋਂ ਬਾਅਦ ਹੁਣ ਜੋ ਚੱਲ ਰਿਹਾ ਚੰਡੂਨੀ ਸਾਹਿਬ ਤੇ ਰਾਜੇਵਾਲ ਸਾਹਿਬ ਦੇ ਜੋ ਪੋਸਟਰ ਵਗੈਰਾ ਜੋ ਵੀ ਚੱਲ ਰਿਹਾ। ਪਰ ਇਹਦੇ ਵਿੱਚ ਮੈਂ ਇੱਕ ਕੁਐਸਚਨ ਮੇਰਾ ਜੋ ਹੈ ਜੀ, ਕਈ ਚਿਹਰੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਤੇ ਹੀਰੋ ਬਣ ਕੇ ਸਾਹਮਣੇ ਆਏ।
ਮੈਂ ਉਹਨਾਂ ਬਾਰੇ ਪੁੱਛਣਾ ਚਾਹੁੰਦਾ ਸੀ ਜੀ ਵੀ ਉਹ ਨਜ਼ਰ ਨਹੀਂ ਆ ਰਹੇ, ਕਿੱਥੇ ਨੇ, ਰੰਗ ਫੇਡ ਕਿਉਂ ਹੋਇਆ? ਜਿਨ੍ਹਾਂ ਦੇ ਵਿੱਚ ਨੌਦੀਪ ਕੌਰ ਸੀ ਜੀ, ਜਿਹੜਾ ਨਾਮ ਬੜਾ ਉੱਭਰ ਕੇ ਆਇਆ ਸੀਗਾ, ਸੰਦੀਪ ਪੁਨੀਆ, ਜੱਗੀ ਬਾਬਾ, ਉਸ ਤੋਂ ਬਾਅਦ ਪੂਨਮ ਪੰਡਤ ਜੀ, ਜਿਹੜੀ ਕੁੜੀ ਬੜੇ ਹੱਲਾਸ਼ੇਰੀ ਨਾਲ ਬੋਲਦੀ ਸੀ ਜੀ, ਕਈ ਆਪਣੇ ਢਾਡੀ ਜੱਥੇ ਦੇ ਵਿੱਚੋਂ ਤਰਸੇਮ ਸਿੰਘ ਜੀ ਹੈਗੇ ਸੀਗੇ, ਨਿਹੰਗ ਜੱਥੇ ਕਈ ਆਏ, ਸਿੰਗਰ ਆਏ। ਇਹ ਜਿਹੜੇ ਇੱਕ ਨਿਊਜ਼ਪੇਪਰ ਆਪਣਾ ਵੀ ਨਿਕਲ ਕੇ ਆਇਆ ਸੀ ਜਿਹਨੂੰ ਟਰੈਕਟਰ ਟੂ ਟਰਾਲੀ, ਇਹ ਜਿਹੜੇ ਸਾਰੇ ਰੰਗ ਨੇ ਜੀ, ਇਹ ਜਿਹੜੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਫੇਡ ਹੋਏ ਨੇ, ਗੈਪ ਜੇ ਹੋਏ ਨੇ। ਕੀ ਇਹਨਾਂ ਦਾ ਫੇਡ ਹੋਣਾ ਜਾਂ ਗੈਪ ਹੋਣਾ ਕੁਛ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਬਾਰੇ ਕੁਛ ਪੋਜ਼ਿਟਿਵ ਨੈਗੇਟਿਵ ਬੋਲ ਰਿਹਾ ਜੀ? ਕੀ ਹੈ, ਤੁਸੀਂ ਐਨਾਲਿਸਿਸ ਕੀ ਕਰਨਾ ਚਾਹੋਗੇ? ਬਹੁਤ ਮਿਹਰਬਾਨੀ। ਕਾਫੀ देखो बहुत खिलारे वाला क्वेश्चन है वैसे, खिलारे वाला क्वेश्चन। हाँ जी, कली कली चीज नूं लंघ तां काफी टाइम लगेगा, पर मैं संक्षेप दे विच कहां कि कलाकार शुरू तो लैके जिहड़े तुरे सी वो हाले भी नाल। अच्छा, एक मीडिया का नजरिया बदल जाता है जी, ਜਦੋਂ ਕਿਸੇ ਚੀਜ਼ ਤੇ ਉਹਨਾਂ ਦੇ ਵਿਊ ਘਟ ਜਾਂਦੇ ਆ, ਬਸ ਉਹਨਾਂ ਦਾ ਨਜ਼ਰੀਆ ਹੋ ਜਾਂਦਾ। ਜਦੋਂ ਉਹਨਾਂ ਦੀ TRP ਹੁੰਦੀ ਆ ਉਸ ਮਾਮਲੇ ਦੇ ਵਿੱਚ ਉਧਰ ਨੂੰ ਕਵਰ ਕਰਨ ਨੂੰ ਭੱਜ ਜਾਂਦਾ। ਮੀਡੀਆ ਤੁਸੀਂ ਛੱਡ ਦਿਓ, ਕਿਉਂਕਿ ਮੀਡੀਆ ਨੇ ਹੀ ਇਹ ਸਾਰੇ ਚਿਹਰੇ ਜਿਹੜੇ ਆ ਤੁਹਾਡੇ ਸਾਹਮਣੇ ਲਿਆਂਦੇ, ਉਹ ਅੱਜ ਵੀ ਅੰਦੋਲਨ 'ਚ ਹੋ ਸਕਦੇ ਆ ਬੈਠੇ ਹੋਣ, ਪਰ ਹੁਣ ਮੀਡੀਆ ਨਹੀਂ ਦਿਖਾ ਰਿਹਾ। ਸਾਨੂੰ ਇਹ ਲੱਗ ਰਿਹਾ ਕਿ ਸ਼ਾਇਦ ਉਹ ਆਫ ਕਲਰ ਹੋ ਗਿਆ। ਟਰੈਕਟਰ ਟੂ ਟਰਾਲੀ ਦਾ ਜਿੱਥੋਂ ਤੱਕ ਸਵਾਲ ਆ, ਉਹ ਕੁਝ ਵਿਚਾਰਕ ਮਤਭੇਦ ਇਹਨਾਂ ਦੇ ਸ਼ੁਰੂਆਤ ਦੇ ਵਿੱਚ ਹੀ ਹੈਗੇ ਸੀ। ਡਾਕਟਰ ਸੁਖਦੀਪ ਸਿੰਘ ਉਦੋਕੇ ਉਹਨਾਂ ਦਾ ਨਾਮ, ਕਿ ਸੁਖਪ੍ਰੀਤ ਸਿੰਘ ਉਦੋਕੇ, ਉਹਨਾਂ ਨੇ ਇੱਕ ਜਿੱਦਾਂ ਸ਼ੁਰੂਆਤ ਦੇ ਵਿੱਚ ਕੋਈ ਸੰਪਾਦਕੀ ਲਿਖੀ ਸੀ। ਉਹ ਵਿਚਾਰਕ ਮਤਭੇਦ ਪਹਿਲਾਂ ਹੀ ਸੀ ਟਰੈਕਟਰ ਟੂ ਟਰਾਲੀ ਦੇ, ਔਰ ਉਸ ਤੋਂ ਬਾਅਦ ਉਹ ਟਰੈਕਟਰ ਟੂ ਟਰਾਲੀ ਅਖਬਾਰ ਜਿਹੜਾ ਸੀਗਾ ਉਹਦੀ ਕੋਈ ਸਰਕੂਲੇਸ਼ਨ ਪੂਰੇ ਮੁਲਕ ਦੇ ਵਿੱਚ ਤੇ ਹੈ ਨਹੀਂ ਸੀ, ਉੱਥੇ ਹੀ ਸੀ ਲਾਗੇ ਬੰਨੇ। ਉਸ ਤੋਂ ਬਾਅਦ ਹੋ ਸਕਦਾ ਉਹ ਚੱਲਦਾ ਹੋਵੇ, ਪਰ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੇਰਾ ਆਈਡੀਆ ਵਾ, ਉੱਥੇ ਉਹਨਾਂ ਦਾ ਪੱਕਾ ਦਫ਼ਤਰ ਬਣਿਆ ਹੋਇਆ ਬਹਾਦਰਗੜ੍ਹ ਚ ਸੀ, ਤੇ ਮੈਂ ਤੁਹਾਨੂੰ ਕਨਫਰਮ ਵੀ ਕਰ ਦੂੰ, ਪਰ ਮੇਰੇ ਖਿਆਲ ਦੇ ਨਾਲ ਉਹ ਚੱਲ ਰਿਹਾ ਹੋਵੇਗਾ, ਕਿਉਂਕਿ ਉਹਨੂੰ ਚਲਾ ਰਿਹਾ ਸੀ ਨੱਤ ਪਰਿਵਾਰ ਅਸਲ ਦੇ ਵਿੱਚ, ਜਿਹੜੇ ਹੈਗੇ ਆ ਨਾ ਮਾਨਸਾ ਵਾਲੇ ਨੱਤ ਫੈਮਿਲੀ ਵਾਲੇ, ਉਹਨਾਂ ਦੇ ਮਤਲਬ ਕਿ ਬੱਚੇ ਵੀ ਉੱਥੇ ਕੰਮ ਕਰ ਰਹੇ ਸੀ ਉਸ ਟਾਈਮ। ਮੈਂ ਖੁਦ ਉਹਨਾਂ ਦੇ ਦਫ਼ਤਰ 'ਚ ਜਾ ਕੇ ਆਇਆ ਹਾਂ। ਸੋ ਇਸ ਕਰਕੇ ਹੋ ਸਕਦਾ ਆਪਣੇ ਕੋਲ ਉਹ ਚੀਜ਼ਾਂ ਨਾ ਪਹੁੰਚਦੀਆਂ ਹੋਣ, ਪਰ ਉਹ ਚੀਜ਼ਾਂ ਸ਼ਾਇਦ ਉੱਥੇ ਮੌਜੂਦ ਹੋਣ, ਉਹਨਾਂ ਦੀ ਹੋਂਦ ਹੋਵੇ। ਮਤਲਬ ਸਾਰਾ ਜੋੜ ਤੋੜ ਦੇ ਵਿੱਚ ਇੱਕ ਮੈਂ ਚੀਜ਼ ਇਹ ਕਹਿਣਾ ਚਾਹੁੰਦਾ ਕਿ ਪਹਿਲਾਂ ਉੱਥੋਂ ਦਾ ਜਿਹੜਾ ਸਮਾਗਮ ਕੋਈ ਵੀ ਸੀ, ਜਿਵੇਂ ਕੰਵਰ ਗਰੇਵਾਲ ਵਰਗੇ, ਉਹ ਜਿਹੜੀਆਂ ਉਹ ਵੀਡੀਓਜ਼ ਪੱਕੇ ਉੱਥੇ ਜਿਹੜੇ ਅਦਾਰੇ ਜੁੜ ਗਏ, ਉੱਥੇ ਮਤਲਬ ਸਾਰਾ ਕੁਝ ਵੀਡੀਓ ਵਾਇਰਲ ਹੁੰਦੀਆਂ ਸਨ ਜਾਂ ਕੀਤੀਆਂ ਜਾਂਦੀਆਂ ਸਨ, ਜਾਂ ਹਰ ਬੰਦਾ ਕੈਮਰੇ ਉੱਥੇ ਹਰ ਟਾਈਮ ਸਟੇਜ ਤੇ ਲੱਗੇ ਹੁੰਦੇ ਸੀ। ਮਤਲਬ ਕਿ 24 ਘੰਟੇ ਜਿਵੇਂ ਮੈਚ ਟੈਲੀਕਾਸਟ ਹੁੰਦਾ ਏਦਾਂ ਕਰਦੇ ਸੀਗੇ। ਤਾਂ ਹੁਣ ਕੀ ਹੈ ਕਿ ਮੀਡੀਆ ਵੀ ਤਾਂ ਆਫ ਕਲਰ ਹੋ ਗਿਆ ਨਾ, ਉਹਨੂੰ ਨਹੀਂ ਦਿਸਦਾ ਹੁਣ। ਅੱਗੇ ਤਾਂ ਸਵੇਰ ਤੋਂ ਜਦੋਂ ਚੁੱਲ੍ਹਾ ਮੰਗਦਾ ਸੀ ਕਿਸਾਨ ਦਾ, ਇਹ ਰਾਤ ਨੂੰ ਟਰਾਲੀ 'ਚ ਸੌਣ ਤੱਕ ਉਹ ਲਗਾਤਾਰ ਵੀ ਦਿਖਾਈ ਜਾਂਦੇ। ਬਿਲਕੁਲ ਬਿਲਕੁਲ ਬਿਲਕੁਲ। ਉਹ ਗੱਲ ਇਹ ਹੈ ਕਿ ਉੱਥੇ ਬੈਠੇ ਨੇ, ਕਿਸੇ ਨੂੰ ਲੱਗੇ ਕੌੜੀ, ਕਿਸੇ ਨੂੰ ਲੱਗੇ ਕੁਝ ਚਿਹਰੇ ਜ਼ਰੂਰ ਗਾਇਬ ਹੁੰਦੇ ਨੇ ਸਮਾਂ ਪਾਇਆ। ਹਰੇਕ ਦੀ ਦੇਖੋ ਆਪਣੀ ਪਰਸਨਲ ਲਾਈਫ ਵੀ ਹੁੰਦੀ ਆ, ਹਰੇਕ ਬੰਦੇ ਦੇ ਆਪਣੇ ਕਾਰੋਬਾਰ ਦੇ ਵੀ ਹਿੱਤ ਹੁੰਦੇ ਆ, ਹਰੇਕ ਬੰਦੇ ਦੀਆਂ ਭਾਵਨਾਵਾਂ ਵੀ ਸਮੇਂ ਦੇ ਨਾਲ ਬਦਲਦੀਆਂ। ਬਿਲਕੁਲ ਬਿਲਕੁਲ। ਇਹ ਚੀਜ਼ਾਂ ਹੁੰਦੀਆਂ, ਕੁਝ ਚਿਹਰੇ ਹੋ ਸਕਦਾ ਅਲੱਗ ਵੀ ਹੁੰਦੇ ਹੋਣ, ਪਰ ਕੁਝ ਚਿਹਰੇ ਇਹ ਆ ਕਿ ਸਾਨੂੰ ਦਿਖਾਏ ਘੱਟ ਜਾਂਦੇ, ਉਸ ਸਮੇਂ ਦਿਖਾਏ ਬਹੁਤ ਸ਼ਿੱਦਤ ਨਾਲ। ਬਿਲਕੁਲ। ਔਰ 26 ਜਨਵਰੀ ਤੋਂ ਬਾਅਦ ਜਿਹੜਾ ਉੱਥੋਂ ਦਾ ਜਿਹੜਾ ਮਾਹੌਲ ਬਦਲਿਆ, ਉਹ ਬਿਲਕੁਲ ਜੇ ਸਾਹਮਣੇ ਕੰਧ 'ਤੇ ਲਿਖੀ ਜਿਹੜੀ ਸੱਚਾਈ ਹੈ ਉਹਨੂੰ ਪੜ੍ਹਨ ਤੋਂ ਅਸੀਂ ਮੁਨਕਰ ਹੋਵਾਂਗੇ ਤਾਂ ਉਹ ਸਾਡਾ ਇੱਕ ਭੁਲੇਖਾ ਹੋਵੇ। ਉਹਦੇ ਬਾਅਦ ਜੋ ਛੜਯੰਤਰ ਸੀਗਾ ਉਹਦੇ ਵਿੱਚੋਂ ਬਹੁਤ ਕੁਝ ਖਟਿਆ ਵੀ ਹੋਊਗਾ ਤੇ ਬਹੁਤ ਕੁਝ ਗੁਆਚਿਆ ਵੀ ਹੋਊਗਾ। ਵੱਡੇ ਵਾਅਦੇ ਤੇ ਵੱਡੇ ਦਾਅਵੇ ਤੋਂ ਬਾਅਦ ਫਸਲ ਬੀਮਾ ਯੋਜਨਾ ਪੁੱਠੇ ਮੂੰਹ, ਇਹਦੇ ਬਾਰੇ ਕਰ ਲਈਏ ਗੱਲ, ਫਿਰ ਆਪਾਂ ਬਣਾਵਾਂਗੇ ਫਤਿਹ। ਹਾਂਜੀ ਹਾਂਜੀ, ਦੇਖੋ ਜਿਹੜੀ ਇਹ ਫਸਲ ਬੀਮਾ ਸੀ ਇਹਦੇ ਬਾਰੇ ਹੁਣ ਜਿਹੜੀ ਤਾਜ਼ਾ ਤਰੀਨ ਸਥਿਤੀ ਆ ਜਿਹੜੀ ਆਫੀਸ਼ੀਅਲੀ ਦੱਸੀ ਗਈ ਆ, ਉਹਦਾ ਥੋੜਾ ਜਿਹਾ ਆਪਾਂ ਦੇਖ ਲੈਂਦੇ ਹਾਂ ਕਿ ਕੀ ਹਿਸਾਬ ਕਿਤਾਬ ਆ। ਇਹਦੇ ਵਿੱਚ ਇਹ ਕਿਹਾ ਗਿਆ ਕਿ ਬਹੁਤ ਸਾਰੇ ਰਾਜ ਜਿਹੜੇ ਆ ਉਹ ਬਾਹਰ ਹੋ ਗਏ ਇਸ ਯੋਜਨਾ। ਤਾਂ ਇਹ ਜਿਹੜੇ ਹੈਗੀ ਆ ਨਾ ਖੇਤੀ ਮੰਤਰਾਲਿਆਂ ਦੀ ਜਿਹੜੀ ਸੰਸਦੀ ਸਥਾਈ ਕਮੇਟੀ ਆ, ਉਹਨੇ ਮਤਲਬ ਕਿ ਸਿਫਾਰਿਸ਼ ਕੀਤੀ ਆ ਕਿ ਜਿਹੜੇ ਇਹ ਤਰੁੱਟੀਆਂ ਵਾਲੇ ਕੰਮ ਆ ਇਹਦੇ ਕੁਝ ਜਿਹੜੇ ਇਹਦੇ ਕਲੌਜ਼ ਹੋਣਗੇ ਕਿ ਉਹਨਾਂ ਨੂੰ ਠੀਕ ਵੀ ਕੀਤਾ ਜਾਵੇ। ਤੇ ਦੂਸਰੇ ਪਾਸੇ ਇਹ ਮਤਲਬ ਕਿ ਸਰਕਾਰ ਖੁਦ ਹੀ ਦੱਸ ਰਹੀ ਆ ਹੁਣ ਕਿ ਕਾਫੀ ਰਾਜ ਜਿਹੜੇ ਆ ਉਹ ਦੂਰ ਹੋ ਗਏ ਆ। ਜਿਵੇਂ ਪੰਜਾਬ ਤੇ ਪਹਿਲਾਂ ਕਿ ਪੰਜਾਬ ਇੱਕ ਵਾਹਿਦ ਸੂਬਾ ਸੀਗਾ ਜਿਹਨੇ
ਪਹਿਲਾਂ ਹੀ ਸ਼ੁਰੂਆਤ ਦੇ ਵਿੱਚ ਹੀ ਉਦੋਂ ਬਾਦਲ ਸਾਹਿਬ ਨੇ ਕੰਮ ਅੱਛਾ ਕੀਤਾ ਕਿ ਇਹਨਾਂ ਨੇ ਨਹੀਂ ਸੀ ਲਈ ਸੀ, ਨਹੀਂ ਸੀ ਇਹਨਾਂ ਨੇ ਇੱਥੇ ਲੱਗਣ ਦਿੱਤਾ। ਫਿਰ ਉਸ ਤੋਂ ਬਾਅਦ ਕਈ ਰਾਜ ਹੈ ਜਿਹੜੇ ਉਹ ਹਟਦੇ ਗਏ, ਮਤਲਬ ਕਿ ਜਿਵੇਂ ਆਂਧਰਾ ਵੀ ਹਟ ਗਿਆ, ਦੇਖੋ ਗੁਜਰਾਤ, ਤੇਲੰਗਾਨਾ, ਝਾਰਖੰਡ, ਇਹਨਾਂ ਸਾਰਿਆਂ ਨੇ ਯੋਜਨਾ ਬੰਦ ਕਰ ਦਿੱਤੀ। ਮਤਲਬ ਕਿ ਸਮਝ ਲਓ ਕਿ ਗੁਜਰਾਤ ਮਾਡਲ ਵੀ ਬੰਦ, ਗੁਜਰਾਤ ਵੀ ਅਲੱਗ ਹੋ ਗਿਆ। ਸੋ ਹੁਣ ਤੱਕ ਖਾਸੇ ਸਟੇਟ ਨੇ, ਕਿਉਂਕਿ ਅਮੈਂਡਮੈਂਟਸ ਹੁੰਦੀਆਂ ਰਹੀਆਂ ਇਹਦੇ ਵਿੱਚ ਵਕਤ ਤੇ ਅਖੀਰ ਦੇ ਵਿੱਚ ਇਹਨਾਂ ਨੂੰ ਬਣਾ ਦਿੱਤਾ ਗਿਆ ਸਵੈ ਇੱਛਤ ਕਿ ਭਾਈ ਤੁਹਾਡੀ ਇੱਛਾ ਹੈ, ਤੁਸੀਂ ਲੈਣਾ ਹੈ ਤਾਂ ਲੈ ਲਓ ਇਸ ਸਕੀਮ ਨੂੰ, ਅਦਰਵਾਈਜ਼ ਤੁਸੀਂ ਨੂੰ ਰੱਦ ਵੀ ਕਰ ਸਕਦੇ ਹੋ। ਤਾਂ ਇਹ ਜਿਹੜੀ ਸੀਗੀ ਫਸਲ ਬੀਮਾ ਯੋਜਨਾ ਮੇਰੇ ਖਿਆਲ ਦੇ ਨਾਲ 16 ਚ ਚਾਲੂ ਹੋਈ ਸੀਗੀ ਤੇ ਜਦੋਂ 5 ਸਾਲ ਪੂਰੇ ਹੋਏ ਆ ਕੁਛ ਸਮਾਂ ਪਹਿਲਾਂ, ਤੇ ਮੈਨੂੰ ਯਾਦ ਆ ਕਿ ਨਰਿੰਦਰ ਤੋਮਰ ਔਰ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਆ ਨਰਿੰਦਰ ਮੋਦੀ ਜੀ, ਇਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਸੀਗੀਆਂ ਤੇ ਕਿਹਾ ਸੀਗਾ ਕਿ 25 ਕਰੋੜ ਤੋਂ ਵੱਧ ਕਿਸਾਨ ਇਸ ਯੋਜਨਾ ਨਾਲ ਜੁੜੇ, ਮਤਲਬ ਕਿ ਬਹੁਤ ਵਧਾ ਚੜਾ ਕੇ ਗੱਲ ਕਹੀ ਸੀ। ਪਰ ਅੱਜ ਓਫੀਸ਼ੀਅਲੀ ਇਹ ਕਿਹਾ ਜਾ ਰਿਹਾ ਕਿਉਂਕਿ ਸੰਸਦੀ ਕਾਰਵਾਈ ਚੱਲ ਰਹੀ ਹੈ ਜਿੱਥੇ ਸਾਰੀਆਂ ਚੀਜ਼ਾਂ ਨਿਕਲ ਰਹੀਆਂ ਨੇ ਕਿ ਇਹ ਫਸਲ ਬੀਮਾ ਯੋਜਨਾ ਜਿਹੜੀ ਹੈ ਉਹ ਤਕਰੀਬਨ ਮੁੱਦੇ ਮੂੰਹ ਡਿੱਗ ਚੁੱਕੀ ਹੈ ਜੀ। ਤਾਂ ਤੁਸੀਂ ਦੇਖ ਲਓ ਕਿ ਇਹਨਾਂ ਨੇ ਕਿਸ ਤਰ੍ਹਾਂ ਵਡਿਆਇਆ ਇਸ ਮਾਮਲੇ ਨੂੰ। ਖੈਰ ਗੱਲ ਕੀ ਆ, ਜੇ ਤੁਸੀਂ ਇਸ ਚੀਜ਼ ਨੂੰ ਵੇਖੋਗੇ ਭੋਖੋਗੇ ਕਿ ਜਿਹੜਾ ਖੇਤੀ ਮੰਤਰਾਲਾ ਉਹਦੇ ਤੱਥਾਂ ਦੇ ਅਨੁਸਾਰ ਹੀ ਆਪਾਂ ਜੇ ਗੱਲ ਕਰੀਏ 2019-20 ਦੇ ਵਿੱਚ ਜੇ ਆਪਾਂ ਦੇਖੀਏ 17,887 ਕਰੋੜ, ਸਾਲ 2018-19 ਚ 2608 ਕਰੋੜ ਤੇ ਸਾਲ 2017-18 ਚ ਇਹ ਰਕਮ ਜਿਹੜੀ ਸੀਗੀ 2591 ਕਰੋੜ ਤੇ ਸਾਲ 2016-17 ਚ 4912 ਕਰੋੜ ਰੁਪਏ ਜਿਹੜੇ ਆ ਉਹ ਪ੍ਰਾਈਵੇਟ ਬੀਮਾ ਕੰਪਨੀਆਂ ਨੂੰ ਕਮਾਈ ਦੇ ਰੂਪ ਚ ਗਏ। ਆਫੀਸ਼ੀਅਲੀ ਅੰਕੜਾ ਦੱਸ ਦਿੱਤਾ ਤੁਹਾਨੂੰ ਮੈਂ ਕਿ ਇਹਨਾਂ 4 ਵਰਿਆਂ ਦੇ ਵਿੱਚ ਕਿਸਾਨਾਂ ਨੇ 17,450 ਕਰੋੜ ਰੁਪਇਆ ਆਪਣੀ ਹਿੱਸੇਦਾਰੀ ਪ੍ਰੀਮੀਅਮ ਵਜੋਂ ਭਰੀ ਸੀ। ਇਹਦੇ ਚ ਕੀ ਹੈ ਕਿ ਕੁਝ ਹਿੱਸੇਦਾਰੀ ਹੁੰਦੀ ਹੈ ਕਿਸਾਨ ਦੀ, ਕੁਝ ਹੁੰਦੀ ਹੈ ਲੋਕਲ ਸਰਕਾਰ ਦੀ, ਕੁਝ ਹੁੰਦੀ ਹੈ ਸੈਂਟਰ ਸਰਕਾਰ ਦੀ। ਤਾਂ ਕੁਝ ਫਸਲਾਂ ਮਤਲਬ ਕਿ ਜਿੱਦਾਂ ਨਰਮਾ, ਬਾਗ, ਅਲੱਗ-ਅਲੱਗ ਇਸ ਤਰ੍ਹਾਂ ਪ੍ਰੀਮੀਅਮ ਹੁੰਦਾ ਉਹਦਾ। ਤੇ ਇਹ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਕਿ ਇਸ ਤਰ੍ਹਾਂ ਇੱਕ ਇਹਨਾਂ ਦਾ ਸਾਰਾ ਪ੍ਰੋਸੈਸ ਚੱਲਦਾ ਵਾ। ਤੇ ਇਹਦੇ ਚ ਤੁਸੀਂ ਦੇਖੋ ਕਿ ਇਹਨਾਂ ਨੇ 17,450 ਕਰੋੜ ਰੁਪਇਆ ਕਿਸਾਨਾਂ ਨੇ ਇਹਨਾਂ 4 ਸਾਲਾਂ ਦੇ ਵਿੱਚ, ਜਿਹੜਾ ਮੈਂ ਤੁਹਾਨੂੰ ਫਿਗਰ ਆਊਟ ਕਰਕੇ ਦੱਸਿਆ ਵਾ ਕਿ ਕਿਹੜੇ ਸਾਲ ਦੇ ਵਿੱਚ ਕਿੰਨਾ 19-20 ਤੋਂ ਲੱਗ ਕੇ ਆਪਾਂ ਪਿੱਛੇ ਨੂੰ ਗਏ ਆ, ਤਾਂ ਜਿਹੜਾ ਇਹ ਰੁਪਈਆ ਗਿਆ ਉਹਦੇ ਵਿੱਚੋਂ 17,450 ਕਰੋੜ ਰੁਪਈਆ ਜਿਹੜਾ ਉਹ ਕਿਸਾਨ ਦੀ ਜੇਬ ਚੋਂ ਗਿਆ ਜੀ। ਕੇਂਦਰ ਨੇ ਕਿੰਨਾ ਦਿੱਤਾ 44,114 ਕਰੋੜ ਰੁਪਏ ਤੇ ਰਾਜ ਸਰਕਾਰਾਂ ਨੇ ਕਿੰਨਾ ਦਿੱਤਾ 45,843 ਕਰੋੜ। 44 ਤੇ 45 ਕਿੰਨਾ ਹੋ ਗਿਆ ਜੀ 99 ਤੇ ਤਕਰੀਬਨ 18, ਤੁਸੀਂ ਅੰਦਾਜ਼ਾ ਲਾ ਲਓ ਕਿ 1,07,000 ਕਰੋੜ ਰੁਪਇਆ ਬਣਿਆ ਕਿੰਨੇ ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ। 4 ਸਾਲਾਂ ਦੇ ਵਿੱਚ ਬਣਿਆ 1,07,000 ਕਰੋੜ ਰੁਪਇਆ। ਤੇ ਇਹਦੇ ਵਿੱਚ ਜਿਹੜਾ ਅਦਾਇਗੀ ਦੇ ਰੂਪ ਦੇ ਵਿੱਚ ਹੋਇਆ ਉਹ ਸਿਰਫ ਮਿਲਿਆ 79 ਕਰੋੜ ਰੁਪਇਆ। ਤਾਂ ਇੱਕੋ 4 ਸਾਲ ਦੇ ਝਟਕੇ 'ਚ ਪ੍ਰਾਈਵੇਟ ਬੀਮਾ ਕੰਪਨੀਆਂ ਨੂੰ ਕਿੰਨਾ ਫਾਇਦਾ ਹੋਇਆ 28,000 ਕਰੋੜ ਰੁਪਏ ਦਾ ਜੀ। 28,000 ਕਰੋੜ ਰੁਪਏ ਦਾ। ਔਰ ਕੁਝ ਕਿਸਾਨਾਂ ਦਾ ਤਾਂ ਰੋਣਾ ਇਹ ਹੈ ਕਿ ਸਾਡੀ ਸਾਰੀ ਫਸਲ ਨੁਕਸਾਨੀ ਗਈ, ਸਾਨੂੰ ਚੈੱਕ ਮਿਲ ਰਿਹਾ 10 ਰੁਪਏ ਦਾ ਔਰ ਸਾਡੇ ਕਲੇਮ ਨਹੀਂ ਮੰਨੇ ਜਾ ਰਹੇ, ਕਿਉਂਕਿ ਕਲੇਮ ਮੰਨਣ ਦੀ ਤਾਂ ਫਿਰ ਉਹਨਾਂ ਦੇ ਕੋਲ ਅਥਾਰਟੀ ਹੈ ਨਾ ਜਿਹੜੀਆਂ ਪ੍ਰਾਈਵੇਟ ਫਰਮਾਂ ਨੇ। ਤਾਂ ਉਹਨਾਂ ਦਾ ਬਹੁਤ ਜ਼ਿਆਦਾ ਰੋਣਾ ਰੱਟਾ ਰਹਿੰਦਾ ਸੀਗਾ ਕਿ ਸਾਡੇ ਕਲੇਮ ਜਿਹੜੇ ਸਹੀ ਕਲੇਮ ਆ ਉਹ ਵੀ ਕਈ ਵਾਰ ਰਿਜੈਕਸ਼ਨ ਦੇ ਸ਼ਿਕਾਰ ਹੋ ਜਾਂਦੇ। ਸੋ ਇਸ ਕਰਕੇ ਹੌਲੀ ਕਿਸਾਨ ਜਾਂ ਸਟੇਟ ਜਿਹੜੇ ਸੀਗੇ ਉਹ ਇਹਦੇ ਤੋਂ ਦੂਰ ਹੁੰਦੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਐਨਾਲਿਸਿਸ ਕੀਤਾ ਜੀ ਤੁਸੀਂ। ਆਖਰੀ ਕੁਐਸਚਨ ਦੇ ਉੱਤੇ ਬਹੁਤ ਡੀਪਲੀ ਸਾਰੇ ਕੁਐਸਚਨਾਂ ਦੇ ਉੱਤੇ ਐਨਾਲਿਸਿਸ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ। ਆਈ ਹੋਪ ਕਿ ਸਾਡੇ ਜਿਹੜੇ ਸਰੋਤੇ ਦਰਸ਼ਕ ਨੇ ਉਹਨਾਂ ਦੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਇਆ ਹੋਵੇਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।